जी का खालसा वाहिगुरू जी की फतेह। 1984 सिख कतलेआम ਦਾ ਸੱਚ। ਲੇਖਕ ਜਰਨੈਲ ਸਿੰਘ ਪੱਤਰਕਾਰ ਦਿੱਲੀ। ਆਵਾਜ਼ ਸੰਦੀਪ ਸਿੰਘ ਖਾਲੜਾ। ਭਾਗ 6ਵਾਂ। ਕਤਲੇਆਮ ਦੇ ਦੋਸ਼ੀ। ਭਗਤ ਤੋਂ ਬਦਲਾ। ਅੱਜ ਜਸਟਿਸ ਢੀਂਗਰਾ ਦੀ ਅਦਾਲਤ ਵਿੱਚ ਖਾਸੀ ਗਹਿਮਾ ਗਹਿਮੀ ਸੀ। ਸਿੱਖ ਕਤਲੇਆਮ ਦਾ ਸਭ ਤੋਂ ਵੱਡਾ ਦੋਖੀ ਹਰਕਿਸ਼ਨ ਲਾਲ ਭਗਤ ਜਸਟਿਸ ਢੀਂਗਰਾ ਦੇ ਕੋਰਟ ਵਿੱਚ ਇਹੋ ਜਿਹੇ ਕਈ ਲੋਕਾਂ ਨਾਲ ਖੜਾ ਸੀ ਜਿਨ੍ਹਾਂ ਨੇ ਉਸੇ ਦੀ ਤਰ੍ਹਾਂ ਕਾਲਾ ਚਸ਼ਮਾ ਲਾਇਆ ਅਤੇ ਕੁਰਤਾ ਪਜਾਮਾ ਪਾਇਆ ਹੋਇਆ ਸੀ। ਇਸ ਤੋਂ ਪਹਿਲਾਂ ਭਗਤ ਦੇ ਖਿਲਾਫ ਗਵਾਹੀ ਦੇਣ ਵਾਲੀ ਸਤਨਾਮੀ ਬਾਈ ਆਪਣੇ ਬਿਆਨ ਤੋਂ ਮੁੱਕਰ ਚੁੱਕੀ ਸੀ। ਉਸ ਨੂੰ ਖਰੀਦ ਲਿਆ ਗਿਆ ਸੀ। ਹੁਣ ਦਰਸ਼ਨ ਕੌਰ ਦੀ ਵਾਰੀ ਸੀ ਭਗਤ ਨੂੰ ਪਛਾਣਨ ਦੀ। ਪਹਿਲਾਂ ਤਾਂ ਭਗਤ ਦੇ ਵਕੀਲ ਨੇ ਜੱਜ ਨੂੰ ਕਿਹਾ ਦਰਸ਼ਨ ਕੌਰ ਨੇ ਟੀਵੀ ਵਿੱਚ ਭਗਤ ਨੂੰ ਵੇਖਿਆ ਹੋਵੇਗਾ। ਇਸ ਤੇ ਦਰਸ਼ਨ ਕੌਰ ਬੋਲੀ ਸਾਡੇ ਘਰ ਵਿੱਚ ਟੀਵੀ ਹੀ ਨਹੀਂ ਸੀ ਤਾਂ ਕਿੱਥੋਂ ਵੇਖਦੀ। ਜਸਟਿਸ ਢੀਂਗਰਾ ਨੇ ਕਿਹਾ ਜੇਕਰ ਸਾਹਮਣੇ ਆਏ ਤਾਂ ਪਛਾਣ ਲਵੇਂਗੀ। ਕਿਹਾ ਹਾਂ ਜੀ ਪਛਾਣ ਲਵਾਂਗੀ। ਵੇਖੋ ਚੈਂਬਰ ਵਿੱਚ ਕਿਧਰੇ ਹੈ। ਦਰਸ਼ਨ ਕੌਰ ਨੇ ਦੱਸਿਆ ਮੈਂ ਸਰਸਰੀ ਤੌਰ ਤੇ ਵੇਖਿਆ ਤਾਂ ਮੈਨੂੰ ਨਜ਼ਰ ਨਹੀਂ ਆਇਆ। ਮੈਂ ਕਿਹਾ ਕਿ ਨਹੀਂ ਜੀ ਦਿਖ ਨਹੀਂ ਰਿਹਾ। ਜੱਜ ਸਾਹਿਬ ਨੇ ਕਿਹਾ ਛੇਤੀ ਨਾ ਕਰੋ ਅਤੇ ਆਪਣਾ ਸਮਾਂ ਲੈ ਕੇ ਪਛਾਣ ਕਰੋ। ਫਿਰ ਮੈਂ ਧਿਆਨ ਨਾਲ ਵੇਖਿਆ ਉਹ ਆਪਣੇ ਵਰਗੇ ਕੱਪੜੇ ਪਾਏ ਕੁਝ ਲੋਕਾਂ ਦੀ ਓਟ ਵਿੱਚ ਖੜਾ ਸੀ। ਮੈਂ ਉਸ ਨੂੰ ਪਛਾਣ ਲਿਆ। ਪਛਾਣਨ ਦੇ ਨਾਲ ਹੀ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਮੈਂ ਉਹਨੂੰ ਦੋਵੇਂ ਹੱਥਾਂ ਨਾਲ ਧੱਕਾ ਦੇ ਦਿੱਤਾ। ਉਹ ਜ਼ਮੀਨ ਉੱਤੇ ਡਿੱਗ ਚੁੱਕਾ ਸੀ। ਉਹ ਹਜ਼ਾਰਾਂ ਸਿੱਖਾਂ ਦਾ ਕਾਤਲ ਹੁਣ ਭਰੀ ਅਦਾਲਤ ਵਿੱਚ ਭਿੱਗੀ ਬਿੱਲੀ ਬਣਿਆ ਹੋਇਆ ਸੀ। ਫਿਰ ਮੈਂ ਆਪਣੀ ਚੱਪਲ ਲਾ ਲਈ। ਇਹ ਉਹੀ ਭਗਤ ਸੀ ਜੋ ਪਹਿਲੀ ਪੇਸ਼ੀ ਤੇ ਹਜ਼ਾਰਾਂ ਸਮਰਥਕਾਂ ਨਾਲ ਆਇਆ ਸੀ ਤੇ ਜੱਜ ਨੂੰ ਨਮਸਤੇ ਕਹਿਣ ਲਈ ਕਿਹਾ ਸੀ। ਭਗਤ ਨੂੰ ਵੇਖਦਿਆਂ ਹੀ ਦਰਸ਼ਨ ਕੌਰ ਦੇ ਅੱਖਾਂ ਸਾਹਮਣੇ ਉਹ ਪੂਰਾ ਦ੍ਰਿਸ਼ ਘੁੰਮ ਗਿਆ। ਜਦੋਂ ਕਰੀਮ ਰੰਗ ਦੀ ਸ਼ਾਲ ਵਿੱਚ ਆਏ ਇਸ ਦਰਿੰਦੇ ਨੇ ਉਸ ਦੇ ਘਰ ਦੇ ਬਾਹਰ ਚੌਂਕ ਵਿੱਚ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ ਸੀ। ਉਸ ਦਾ ਕਿਹਾ ਇੱਕ ਇੱਕ ਲਫ਼ਜ਼ ਉਸ ਨੂੰ ਯਾਦ ਆ ਰਿਹਾ ਸੀ। ਭਗਤ ਕਹਿ ਰਿਹਾ ਸੀ ਕਿਸੇ ਸਰਦਾਰ ਨੂੰ ਨਾ ਛੱਡੋ, ਇਹ ਗਦਾਰ ਹਨ। ਮਿੱਟੀ ਦਾ ਤੇਲ ਹਥਿਆਰ ਸਭ ਕੁਝ ਹੈ। ਪੁਲਿਸ ਤੁਹਾਡੇ ਨਾਲ ਹੈ। ਸਰਦਾਰਾਂ ਨੂੰ ਕੁਚਲ ਦੇਵੋ। ਉਸ ਨੂੰ ਯਾਦ ਆ ਰਿਹਾ ਸੀ ਕਿ ਕਿਵੇਂ ਉਸ ਦੇ ਘਰ ਦੇ 12 ਜੀ ਇਸ ਦਰਿੰਦੇ ਦੇ ਇਸ਼ਾਰੇ ਉੱਤੇ ਜਿਉਂਦਾ ਸਾੜ ਦਿੱਤੇ ਗਏ ਸੀ। ਅੱਖਾਂ ਦੇ ਸਾਹਮਣੇ ਪਤੀ ਨੂੰ ਗਲੇ ਵਿੱਚ ਟਾਇਰ ਬਨ ਕੇ ਸਾੜ ਦਿੱਤਾ ਅਤੇ ਕਿਹਾ ਕਿ ਦੇਖੋ ਸਰਦਾਰ ਭੰਗੜਾ ਕਰ ਰਿਹਾ ਹੈ। ਜੇਠ ਗਿਆਨ ਸਿੰਘ ਦੀਆਂ ਅੰਤੜੀਆਂ ਕਿਵੇਂ ਤਲਵਾਰ ਨਾਲ ਚੀਰ ਦੇਣ ਕਰਕੇ ਬਾਹਰ ਆ ਗਈਆਂ ਸਨ। ਲੱਗ ਰਿਹਾ ਸੀ ਕਿ ਅਜੇ ਵੀ ਖੂਨ ਸਿਮ ਰਿਹਾ ਹੈ। 31 ਅਕਤੂਬਰ ਨੂੰ ਤਾਂ ਸਿਰਫ ਗੁਰਦੁਆਰਾ ਸਾੜਿਆ ਸੀ ਪਰ 1 ਨਵੰਬਰ ਨੂੰ ਤਾਂ ਪੂਰੀ ਭੀੜ ਹੀ ਆ ਗਈ ਸੀ। ਕੱਚ ਦੀਆਂ ਬੋਤਲਾਂ ਦੇ ਨਾਲ ਹਮਲਾ ਕਰ ਦਿੱਤਾ। ਕਾਂਗਰਸ ਦਾ ਇੱਕ ਲੋਕਲ ਲੀਡਰ ਰਾਮਪਾਲ ਸਰੋਜ ਇਹਨਾਂ ਦੇ ਨਾਲ ਸੀ। ਤਦੇ ਆਵਾਜ਼ਾਂ ਆਈਆਂ ਨੇਤਾ ਜੀ ਆ ਗਏ, ਨੇਤਾ ਜੀ ਆ ਗਏ। ਗੱਡੀ ਤੋਂ ਭਗਤ ਉਤਰਿਆ ਤੇ ਲੋਕਾਂ ਨੂੰ ਸਿੱਖਾਂ ਨੂੰ ਮਾਰਨ ਲਈ ਉਕਸਾਇਆ। ਦਰਸ਼ਨ ਕੌਰ ਨੂੰ ਹੁਣ ਯਾਦ ਆ ਰਿਹਾ ਸੀ ਕਿ ਘਰ ਦੇ ਸਾਰੇ ਬੰਦਿਆਂ ਨੂੰ ਕਤਲ ਕਰਨ ਦੇ ਬਾਅਦ ਕਿਵੇਂ ਦਰਿੰਦਿਆਂ ਨੇ ਰਾਤ ਨੂੰ ਉਹਨਾਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਸੀ। ਉਸ ਠਿਠੁਰ ਦੀ ਰਾਤ ਵਿੱਚ ਪੂਰਾ ਨੰਗਾ ਰੱਖਿਆ ਤੇ ਕੱਪੜੇ ਸਾੜ ਦਿੱਤੇ। ਲਾਲ ਦਾ ਪੁੱਤਰ ਦਰਸ਼ਨ ਸਿੰਘ ਵੀ ਮਾਂ ਦਾ ਹੱਥ ਛੁਡਾ ਕੇ ਪਤਾ ਨਹੀਂ ਕਿੱਥੇ ਚਲਿਆ ਗਿਆ ਸੀ। 3 ਦਿਨਾਂ ਬਾਅਦ ਉਹ ਮਿਲਿਆ ਤਾਂ ਉਹ ਉਸ ਨੂੰ ਗਲ ਨਾਲ ਲਾ ਕੇ ਰੋਂਦੀ ਰਹੀ ਸੀ। ਅਗਲੇ ਦਿਨ ਸਵੇਰੇ ਸੜੀ ਹੋਈ ਲਾਸ਼ਾਂ ਦਾ ਮੰਜ਼ਰ ਅੱਖਾਂ ਦੇ ਸਾਹਮਣੇ ਆਉਂਦਾ ਜਾ ਰਿਹਾ ਸੀ। ਲਾਸ਼ਾਂ ਨੂੰ ਪਛਾਣਨਾ ਨਾਮੁਮਕਿਨ ਸੀ। ਕਿਵੇਂ ਪੂਰੀ ਰਾਤ ਪੈਦਲ ਚੱਲ ਕੇ ਪਟਪੜ ਗੰਜ ਪਹੁੰਚੇ ਤੇ ਫਿਰ ਪਾਂਡਵ ਨਗਰ ਗੁਰਦੁਆਰੇ ਵਿੱਚ ਜਾ ਸ਼ਰਨ ਲਈ। ਪਰ ਦੰਗਾਈਆਂ ਨੇ 2 ਨਵੰਬਰ ਦੀ ਰਾਤ ਨੂੰ
ਗੁਰਦੁਆਰੇ ਉੱਤੇ ਵੀ ਹਮਲਾ ਕਰ ਦਿੱਤਾ। ਪੂਰੀ ਰਾਤ ਉਹਨਾਂ ਨੂੰ ਪੱਥਰ ਇੱਟਾਂ ਮਾਰ ਕੇ ਉਹਨਾਂ ਨੂੰ ਭਜਾਉਂਦੀਆਂ ਰਹੀਆਂ। ਅਦਾਲਤ ਵਿੱਚ ਭਗਤ ਦਾ ਚਿਹਰਾ ਸਾਹਮਣੇ ਆਉਂਦੇ ਹੀ ਉਸ ਨੂੰ ਇਹ ਸਭ ਯਾਦ ਆ ਰਿਹਾ ਸੀ। ਦਰਸ਼ਨ ਕੌਰ ਨੇ ਦੱਸਿਆ, ਫਿਰ ਮੈਂ ਤਾਂ ਕੁਰਸੀ ਚੁੱਕ ਕੇ ਉਸ ਨੂੰ ਮਾਰਨ ਹੀ ਵਾਲੀ ਸੀ ਕਿ ਇੱਕ ਮਹਿਲਾ ਪੁਲਿਸ ਨੇ ਮੈਨੂੰ ਫੜ ਲਿਆ। ਆਪਣੇ ਪਰਿਵਾਰ ਦੇ ਕਾਤਲ ਨੂੰ ਆਪਣੀਆਂ ਚੱਪਲਾਂ ਨਾਲ ਕੁੱਟ ਕੇ ਦਰਸ਼ਨ ਕੌਰ ਨੂੰ ਕੁਝ ਰਾਹਤ ਮਹਿਸੂਸ ਕਰ ਰਹੀ ਸੀ। ਪਰ ਅਦਾਲਤ ਵਿੱਚ ਭਗਤ ਨੂੰ ਪਛਾਣਨ ਤੱਕ ਦਾ ਸਫ਼ਰ ਕੋਈ ਆਸਾਨ ਨਹੀਂ ਸੀ। ਅਦਾਲਤ ਵਿੱਚ ਪੇਸ਼ੀਆਂ ਅਤੇ ਗਵਾਹੀਆਂ ਚੱਲ ਰਹੀਆਂ ਸਨ ਕਿ ਇੱਕ ਦਿਨ ਉਹ ਆਤਮਾ ਸਿੰਘ ਲੁਬਾਣਾ 50,000 ਰੁਪਏ ਲੈ ਕੇ ਆ ਗਿਆ, ਜਿਸ ਨੂੰ ਥੋੜਾ ਪੜ੍ਹਿਆ ਲਿਖਿਆ ਜਾਣ ਕੇ ਗਵਾਹ ਔਰਤਾਂ ਨੂੰ ਅਦਾਲਤ ਵਿੱਚ ਲੈ ਕੇ ਆਣ ਜਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕੀ ਪਤਾ ਸੀ ਕਿ ਉਸ ਨੂੰ ਖਰੀਦ ਲਿਆ ਗਿਆ ਹੈ। ਉਸ ਨੇ ਭਗਤ ਦੇ ਖਿਲਾਫ ਗਵਾਹੀ ਦੇਣ ਤੋਂ ਹਟਾਉਣ ਲਈ ਸਤਨਾਮੀ ਬਾਈ, ਦਰਸ਼ਨ ਕੌਰ ਤੇ ਅਨਵਰ ਕੌਰ ਦਾ ਸੌਦਾ ਕਰ ਲਿਆ ਸੀ। ਦਰਸ਼ਨ ਕੌਰ ਨੇ ਦੱਸਿਆ, ਜਦੋਂ ਮੇਰੇ ਕੋਲ ਆਇਆ ਤਾਂ ਕਹਿਣ ਲੱਗਾ, ਇਹ ਪੈਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੇ ਨੇ, ਮੈਂ ਉਹ ਪੈਸੇ ਰੱਖ ਲਏ। ਪਰ ਜਦੋਂ ਮੇਰੇ ਪਿਤਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਮੈਨੂੰ ਖੂਬ ਡਾਂਟਿਆ ਤੇ ਕਿਹਾ ਕਿ ਹੋਵੇ ਨਾ ਹੋਵੇ ਇਹ ਤੁਹਾਡਾ ਸੌਦਾ ਕਰ ਰਿਹਾ ਹੈ ਤੇ ਖਰੀਦਣ ਲਈ ਪੇਸ਼ਗੀ ਦੇ ਗਿਆ ਹੈ। ਮੈਂ ਉਸ ਨੂੰ ਫੋਨ ਕਰ ਦਿੱਤਾ ਤੇ ਕਿਹਾ ਕਿ ਪਿਤਾ ਜੀ ਬਹੁਤ ਡਾਂਟ ਰਹੇ ਹਨ। ਫਿਰ ਉਹ ਬੋਲਿਆ, ਚੰਗਾ ਆਪਣੇ ਕੋਲ ਨਾ ਰੱਖੋ, ਮੈਂ ਆ ਕੇ ਤੁਹਾਡੇ ਬੱਚਿਆਂ ਦੇ ਨਾਮ ਉੱਤੇ ਜਮ੍ਹਾਂ ਕਰਾ ਦੇਵਾਂਗਾ। ਹੁਣੇ ਵੀ ਮੈਨੂੰ ਉਸਨੇ ਸਾਫ਼ ਤੌਰ ਤੇ ਗਵਾਹੀ ਤੋਂ ਹਟਣ ਲਈ ਨਹੀਂ ਕਿਹਾ ਸੀ। ਪਰ ਪਤਾ ਤਾਂ ਲੱਗਿਆ ਜਦੋਂ ਅਦਾਲਤ ਵਿੱਚ ਸਤਨਾਮੀ ਬਾਈ ਆਪਣੇ ਬਿਆਨ ਤੋਂ ਬਦਲ ਗਈ ਤੇ ਭੀੜ ਵਿੱਚ ਭਗਤ ਦੇ ਵੇਖੇ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਮੇਰੀ ਗਵਾਹੀ ਦੀ ਤਾਰੀਖ ਆਈ ਤਾਂ ਉਸ ਤੋਂ ਇੱਕ ਰਾਤ ਪਹਿਲਾਂ ਲੁਬਾਣਾ ਇੱਕ ਹੋਰ ਸਰਦਾਰ ਤੇ 2 ਮੋਨੇ ਲੋਕਾਂ ਦੇ ਨਾਲ ਘਰ ਆ ਗਿਆ। 25 ਲੱਖ ਰੁਪਏ ਮੇਰੇ ਸਾਹਮਣੇ ਰੱਖ ਦਿੱਤੇ। ਕਿਹਾ ਕਿ ਪੈਸੇ ਲੈ ਲਓ, ਜ਼ਿੰਦਗੀ ਸਵਰ ਜਾਏਗੀ। ਕਦੋਂ ਤੱਕ ਧੱਕੇ ਖਾਂਦੀ ਰਹੇਗੀ? 2 ਪੁੱਤਰ ਬੇਰੁਜ਼ਗਾਰ ਨੇ ਤੇ ਇੱਕ ਪੁੱਤਰ ਜਿਵੇਂ ਤਿਵੇਂ 3 ਵੀਲਰ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ। ਅਖੀਰ ਕਦੋਂ ਤੱਕ ਐਵੇਂ ਰਹੋਗੇ? ਪੈਸੇ ਰੱਖ ਲਓ, ਫਿਰ ਰਾਜੌਰੀ ਗਾਰਡਨ ਵਿੱਚ ਮਕਾਨ ਵੀ ਲੈ ਦੇਵਾਂਗੇ। ਦਰਸ਼ਨ ਕੌਰ ਨੇ ਦੱਸਿਆ, ਹੁਣ ਮੈਂ ਆਪਣੀ ਚੱਪਲ ਲਾ ਲਈ ਸੀ ਤੇ ਕਿਹਾ, ਜੇਕਰ ਇਹਨਾਂ ਪੈਸਿਆਂ ਨਾਲ ਮੇਰੇ ਘਰ ਵਿੱਚੋਂ ਗਏ 12 ਲੋਕਾਂ ਵਿੱਚੋਂ ਇੱਕ ਵੀ ਵਾਪਸ ਆ ਸਕਦਾ ਹੈ ਤਾਂ ਦੱਸ। ਇਹ ਤੇਵਰ ਵੇਖ ਕੇ ਉਹ ਭੱਜਣ ਲੱਗਾ ਤਾਂ ਮੈਂ ਪੁਲਿਸ ਨੂੰ 100 ਨੰਬਰ ਤੇ ਫੋਨ ਕਰ ਦਿੱਤਾ। ਉਸ ਨੂੰ ਰਘਬੀਰ ਨਗਰ ਥਾਣੇ ਲਿਜਾਇਆ ਗਿਆ। ਥੋੜੀ ਬਹੁਤ ਕਾਰਵਾਈ ਹੋਈ ਪਰ ਫਿਰ ਛੱਡ ਦਿੱਤਾ ਗਿਆ। ਦਰਸ਼ਨ ਕੌਰ ਕਹਿੰਦੀ ਹੈ, ਸ਼ਾਇਦ ਜਿਨ੍ਹਾਂ ਦੀ ਆਤਮਾ ਵਿਕ ਚੁੱਕੀ ਹੋਵੇ ਉਹ ਮੰਨਦੇ ਨਹੀਂ। ਇੱਕ ਦਿਨ ਜਦੋਂ ਕੋਰਟ ਤੋਂ ਨਿਕਲ ਰਹੀ ਸੀ ਤਾਂ 3 ਲੋਕ ਮੋਟਰਸਾਈਕਲ ਤੇ ਆਏ ਤੇ ਪਿਸਤੌਲ ਵਿਖਾਉਣ ਲੱਗੇ। ਨੇੜੇ ਦੀ ਦੁਕਾਨ ਵੱਲ ਭੱਜ ਕੇ ਜਾਨ ਬਚਾਈ। ਇਸ ਤੋਂ ਬਾਅਦ ਗੁਰਦੁਆਰੇ ਦੇ ਕੋਲ ਤਕਰੀਬਨ 20 ਲੋਕਾਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਹਨਾਂ ਵਿੱਚ ਆਤਮਾ ਸਿੰਘ ਲੁਬਾਣਾ ਵੀ ਸ਼ਾਮਲ ਸੀ। ਦਰਸ਼ਨ ਕੌਰ ਦੀ ਨੱਕ ਤੇ ਮੱਥੇ ਉੱਤੇ ਸੱਟਾਂ ਵੱਜੀਆਂ ਅਤੇ ਖੂਨ ਨਿਕਲਣ ਲੱਗਾ। 10 ਦਿਨਾਂ ਤੱਕ ਉਹ ਹਸਪਤਾਲ ਵਿੱਚ ਰਹੀ। ਇਸ ਦੇ ਬਾਅਦ ਵੀ ਉਹ ਨਹੀਂ ਮੰਨੇ। ਉਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਦਾਲਤ ਵਿੱਚ ਕੇਸ ਦੀ ਸੁਣਵਾਈ ਸੀ ਤਾਂ ਉਹ ਸਾਰੀਆਂ ਉੱਥੇ ਜਾਣ ਤੋਂ ਪਹਿਲਾਂ ਮਾਤਾ ਸੁੰਦਰੀ ਗੁਰਦੁਆਰੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗਈਆਂ। ਸੋਚਿਆ ਸੀ ਕਿ ਗੁਰਦੁਆਰੇ ਤੋਂ ਲੰਗਰ ਪਾਣੀ ਛਕ ਕੇ ਨਿਕਲਿਆ ਜਾਏ। ਇੱਥੇ ਕਮੇਟੀ ਦੇ ਮਹਿੰਦਰ ਸਿੰਘ ਮਠਾਰੂ ਨੂੰ ਇਹ ਕਹਿਣ ਦੇ ਬਾਅਦ ਕਿ ਕੋਰਟ ਆਉਣ ਜਾਣ ਲਈ ਕੋਈ ਗੱਡੀ ਕਰਵਾ ਦਿਆ ਕਰੋ, ਉਹ ਬਾਹਰ ਲੰਗਰ ਛਕਰ ਆ ਗਈਆਂ। ਹੁਣ ਕਮੇਟੀ ਦਾ ਮੈਂਬਰ ਬਣ ਚੁੱਕਿਆ ਆਤਮਾ ਸਿੰਘ ਲੁਬਾਣਾ ਵੀ ਉੱਥੇ ਆ ਗਿਆ। ਉਸਨੇ ਉੱਥੇ ਹੀ ਗੁਰਦੁਆਰੇ ਵਿੱਚ ਲੰਗਰ ਛਕਦੇ ਹੋਏ ਵੇਖ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਹਿਣ ਲੱਗਾ ਕਿ
ਮੇਰੀ ਗੱਲ ਅਜੇ ਵੀ ਮੰਨ ਲਓ ਤੇ ਗਵਾਹੀ ਨਾ ਦੇਵੋ। ਹੁਣ ਸਬਰ ਦਾ ਪਿਆਲਾ ਭਰ ਚੁੱਕਿਆ ਸੀ। ਔਰਤਾਂ ਨੇ ਚੱਪਲਾਂ ਚੁੱਕ ਲਈਆਂ। ਉਸ ਦੇ ਮੂੰਹ ਤੋਂ ਭੈੜੀਆਂ ਗੱਲਾਂ ਸੁਣ ਕੇ ਬਾਕੀ ਲੋਕਾਂ ਨੇ ਉਸ ਨੂੰ ਫੜ ਲਿਆ। ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬਕਾਇਦਾ ਕੇਸ ਬਣਿਆ ਤੇ 3 ਮਹੀਨਿਆਂ ਤੱਕ ਜ਼ਮਾਨਤ ਨਹੀਂ ਮਿਲੀ। ਬਾਅਦ ਵਿੱਚ ਜੱਜ ਨੇ ਉਸ ਨੂੰ 3 ਮਹੀਨਿਆਂ ਦੀ ਹੀ ਸਜ਼ਾ ਸੁਣਾਈ ਤੇ ਉਹਨਾਂ 3 ਮਹੀਨਿਆਂ ਨੂੰ ਹੀ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਮੰਨ ਲਿਆ ਗਿਆ। ਇਸ ਤੋਂ ਬਾਅਦ ਉਸ ਨੂੰ ਸ਼੍ਰੀ ਅਕਾਲ ਤਖਤ ਤੇ ਜਾ ਕੇ ਮੁਆਫੀ ਮੰਗਣੀ ਪਈ। ਇਹੀ ਨਹੀਂ, ਉਸ ਨੇ ਦੰਗਾ ਪੀੜਤਾਂ ਤੇ ਲੁਬਾਣਾ ਸਮਾਜ ਵਿੱਚ ਫਿਰ ਤੋਂ ਲਿਖਤੀ ਮੁਆਫੀ ਵੀ ਮੰਗੀ। ਇਹ ਘਟਨਾ ਸਿੱਖੀ ਸੰਸਥਾਵਾਂ ਵਿੱਚ ਆ ਗਏ ਨਿਘਾਰ ਨੂੰ ਦਰਸਾਉਂਦੀ ਹੈ। ਆਖਰ ਲੁਬਾਣਾ ਕਮੇਟੀ ਦਾ ਮੈਂਬਰ ਕਿਵੇਂ ਬਣ ਗਿਆ ਤੇ ਉਸ ਦੀ ਗੁਰਦੁਆਰੇ ਅੰਦਰ ਹੀ ਗਵਾਹਾਂ ਨੂੰ ਧਮਕਾਉਣ ਦੀ ਹਿੰਮਤ ਕਿਵੇਂ ਹੋ ਗਈ। ਲੀਡਰ ਕਿਸੇ ਪਾਰਟੀ ਦੇ ਵੀ ਰਹੇ ਹੋਣ, ਉਹਨਾਂ ਦਾ ਦੋਸ਼ ਘੱਟ ਨਹੀਂ ਹੈ। ਸਾਰਿਆਂ ਨੂੰ ਆਪੋ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ ਹੈ। ਨਾਨਾਵਟੀ ਕਮਿਸ਼ਨ ਨੇ ਭਗਤ ਦੀ ਕਮਜ਼ੋਰ ਸਰੀਰਕ ਹਾਲਤ ਨੂੰ ਵੇਖਦੇ ਹੋਏ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਮੰਨ ਲਈ ਸੀ। ਇਸ ਬਿਮਾਰੀ ਵਿੱਚ ਹੀ ਉਹ ਦੁਨੀਆ ਤੋਂ ਵਿਦਾ ਹੋ ਗਿਆ। ਪਰ ਦਰਸ਼ਨ ਕੌਰ ਬਾਕੀ ਮਾਮਲਿਆਂ ਵਿੱਚ ਵੀ ਕੋਰਟ ਜਾਣਾ ਨਹੀਂ ਭੁੱਲਦੀ। ਲੁਬਾਣਾ ਵਾਲੇ ਮਾਮਲੇ ਦੇ ਬਾਅਦ ਅਦਾਲਤ ਵੱਲੋਂ ਦਰਸ਼ਨ ਕੌਰ ਦੀ ਸੁਰੱਖਿਆ ਮੁਹੱਈਆ ਕਰਾ ਦਿੱਤੀ ਗਈ ਸੀ। ਹੁਣ ਉਸ ਦੇ ਘਰ ਦੇ ਬਾਹਰ ਵੀ ਸੁਰੱਖਿਆ ਕਰਮੀ ਮੌਜੂਦ ਨੇ ਤੇ ਕਿਧਰੇ ਵੀ ਆਉਣ ਜਾਣ ਤੇ PCO ਨਾਲ ਹੁੰਦੀ ਹੈ। ਦਰਸ਼ਨ ਕੌਰ ਨੂੰ ਗਿਲਾ ਹੈ ਕਿ ਕੌਮ ਦੇ ਲੀਡਰਾਂ ਨੇ ਵੀ ਉਹਨਾਂ ਵਿਧਵਾਵਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਨੇ ਇੰਨਾ ਦੁਖਾਂਤ ਸਹਾਰਿਆ ਹੈ। ਜੇਕਰ ਇਹੀ ਸ਼ੁਰੂ ਤੋਂ ਇਹਨਾਂ ਗਰੀਬ ਵਿਧਵਾਵਾਂ ਦੀ ਸਾਰ ਲੈਂਦੇ ਤਾਂ ਦੋਖੀ ਕਿਵੇਂ ਬਚਦੇ। ਇਹਨਾਂ ਦਾ ਸਾਥ ਦੇਣ ਦੀ ਗੱਲ ਤਾਂ ਦੂਰ ਰਹੀ, ਇਹ ਤਾਂ ਇਹਨਾਂ ਨੂੰ ਦੁਤਕਾਰਨ ਅਤੇ ਗਵਾਹਾਂ ਨੂੰ ਤੋੜਨ ਵਿੱਚ ਹੀ ਲੱਗ ਗਏ। ਇਹ ਕਹਿੰਦੇ ਹੋਏ ਦਰਸ਼ਨ ਕੌਰ ਦੇ ਚਿਹਰੇ ਤੇ ਨਿਰਾਸ਼ਤਾ ਦੇ ਭਾਵ ਆ ਜਾਂਦੇ ਨੇ, ਜੋ ਸਿੱਖ ਇਤਿਹਾਸ ਵਿੱਚ ਇਸ ਦੁਖਦ ਅਧਿਆਏ ਨੂੰ ਹੋਰ ਕਲੰਕਿਤ ਕਰ ਦਿੰਦਾ ਹੈ। ਸਿੱਖ ਲੀਡਰ ਤੇ ਸੰਸਥਾਵਾਂ ਸਿੱਖ ਗਵਾਹਾਂ ਨੂੰ ਸੁਰੱਖਿਆ ਨਾ ਦੇ ਸਕੀਆਂ। ਦਿੱਲੀ ਕਮੇਟੀ ਵਿੱਚ ਗ੍ਰੰਥੀ ਹੋਣ ਦੇ ਬਾਵਜੂਦ ਸੁਰਿੰਦਰ ਸਿੰਘ ਬਿਆਨ ਬਦਲ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਪ੍ਰਹਿਲਾਦ ਸਿੰਘ ਚੰਡੋਕ ਨੇ ਟਾਈਟਲਰ ਨੂੰ ਸਰੋਪਾ ਦਿੱਤਾ। ਉਸ ਤੋਂ ਪਹਿਲਾਂ ਤੇ ਬਾਅਦ ਦੀਆਂ ਦੂਜੀਆਂ ਕਮੇਟੀਆਂ ਦੇ ਸਮੇਂ ਕੇਸ ਖਰਾਬ ਕਰਨ ਦੇ ਦੋਸ਼ ਲੱਗੇ। ਵਿਚਾਰਨ ਦੀ ਲੋੜ ਹੈ ਕਿ ਕਿਤੇ ਸਾਡੇ ਗੁਰਦੁਆਰਾ ਪ੍ਰਬੰਧ ਉੱਤੇ ਵੱਖ-ਵੱਖ ਰਾਜਨੀਤਿਕ ਦਲਾਂ ਦੀ ਸੋਚ ਤਾਂ ਹਾਵੀ ਨਹੀਂ ਹੋ ਗਈ। ਕਿਤੇ ਫੈਸਲੇ ਗੁਰ ਸਿਧਾਂਤਾਂ ਦੇ ਬਜਾਏ ਰਾਜਨੀਤਿਕ ਦਬਾਅ ਵਿੱਚ ਤਾਂ ਨਹੀਂ ਲਏ ਜਾਂਦੇ। ਕੀ ਇਸ ਨਾਲ ਹੁਣ ਅਨਿਆਂ ਦੇ ਖਿਲਾਫ ਜੰਗ ਖਤਮ ਹੋ ਗਈ? ਨਹੀਂ। ਦਰਸ਼ਨ ਕੌਰ ਕਹਿੰਦੀ ਹੈ ਕਿ ਭਗਤ ਭਲੇ ਹੀ ਮਰ ਗਿਆ ਹੋਵੇ, ਪਰ ਟਾਈਟਲਰ ਤੇ ਦਰਸ਼ਨ ਸੱਜਣ ਕੁਮਾਰ ਜਿੰਦਾ ਨੇ ਤੇ ਹੁਣ CBI ਨੂੰ ਉਹਨਾਂ ਗਵਾਹਾਂ ਤੱਕ ਲੈ ਕੇ ਜਾਂਦੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਭੀੜ ਨੂੰ ਮਾਰਨ ਲਈ ਕਹਿੰਦਿਆਂ ਵੇਖਿਆ ਸੁਣਿਆ ਸੀ। ਉਹ ਦਾਅਵਾ ਕਰਦੀ ਹੈ ਕਿ ਉਹ ਹੁਣ ਤੱਕ CBI ਨੂੰ ਅਜਿਹੇ 11 ਲੋਕਾਂ ਨਾਲ ਮਿਲਵਾ ਚੁੱਕੀ ਹੈ। ਜਦੋਂ ਮੈਂ ਦਰਸ਼ਨ ਕੌਰ ਨੂੰ ਮਿਲਣ ਉਸ ਦੇ ਘਰ ਪਹੁੰਚਿਆ ਤਾਂ ਪਤਾ ਨਹੀਂ ਕਿੱਥੋਂ ਉਸਨੇ ਘਰ ਵਿੱਚੋਂ ਹੀ ਮੈਨੂੰ ਸਨਮਾਨਿਤ ਕਰਨ ਲਈ ਸਰੋਪਾਓ ਮੰਗਵਾ ਲਿਆ ਸੀ, ਪਰ ਮੈਂ ਉਹ ਸਰੋਪਾਓ ਉਸ ਦੇ ਗਲੇ ਵਿੱਚ ਹੀ ਪਾ ਦਿੱਤਾ। ਆਖਰ ਉਹੀ ਉਸ ਦੀ ਸੱਚੀ ਹੱਕਦਾਰ ਸੀ।